संतां के कारज, आप खलोया संतां के कारज। हर कम करावण आया राम। श्री वाहिगुरु जी का खालसा, वाहिगुरु जी की फतेह। साखी नंबर 26। सब किस जाने सिरजनहार, पूर्वला जन्म दसना। साधु महात्मा ਪੂਰਬਲੇ ਜਨਮ ਦੀ ਤਪੱਸਿਆ ਸਦਕਾ ਬਚਪਨ ਵਿੱਚ ਹੀ ਮਹਾਂਪੁਰਖ ਹੋਣ ਦੇ ਸੰਕੇਤ ਦਿੰਦੇ ਹਨ। ਇਸੇ ਹੀ ਤਰ੍ਹਾਂ ਪਿੰਡ ਭਦੌੜ ਦਾ ਵਾਸੀ ਇਬਰਾਹੀਮ ਖਾਨ ਦਾ ਲੜਕਾ 11 ਸਾਲ ਦੀ ਉਮਰ ਵਿੱਚ ਹੀ ਸਾਧੂਆਂ ਵਾਲੀਆਂ ਹਰਕਤਾਂ ਕਰਦਾ ਸੀ। ਕੋਈ ਘਰ ਦਾ ਮੈਂਬਰ ਜਾਂ ਰਿਸ਼ਤੇਦਾਰ ਝਿੜਕ ਦਿੰਦਾ ਤਾਂ ਬਿਮਾਰ ਹੋ ਜਾਂਦਾ ਅਤੇ ਨਾਲਿਆਂ ਦਾ ਪਾਣੀ ਪੀਣ ਲੱਗ ਜਾਂਦਾ। ਨੀਂਦ ਬਹੁਤ ਹੀ ਘੱਟ ਆਉਂਦੀ ਸੀ। ਅੱਖਾਂ ਦੇ ਕੋਏ ਜਾਨੀ ਕਿਨਾਰੇ ਨਾਲ ਲੱਗੇ ਰਹਿੰਦੇ ਸਨ। ਦਿਨ ਦੇ ਸਮੇਂ ਘੱਟ ਦਿਖਾਈ ਦਿੰਦਾ ਸੀ। ਰਾਤ ਨੂੰ ਜ਼ਿਆਦਾ। ਜਦੋਂ ਵੀ ਬੋਲਦੇ ਸੀ ਅੱਲਾ ਅੱਲਾ ਹੀ ਬੋਲਦੇ ਸੀ। ਛੋਟੀ ਅਵਸਥਾ ਵਿੱਚ ਵੀਰਵਾਰ ਦੇ ਦਿਨ ਦੁੱਧ ਨਹੀਂ ਚੁੰਘਦਾ ਸੀ। ਮਾਤਾ ਪਿਤਾ ਨੇ ਇਲਾਜ ਕਰਵਾਉਣਾ ਚਾਹਿਆ ਅਤੇ ਲੋਕਾਂ ਨੂੰ ਦੱਸਣਾ ਸ਼ੁਰੂ ਕੀਤਾ ਤਾਂ ਇੱਕ ਡੰਗ ਹੀ ਦੁੱਧ ਚੁੰਘਣ ਲੱਗ ਪਿਆ। ਇਸ ਦੇ ਸਿਰ ਦੇ ਵਾਲ ਬਿਲਕੁਲ ਸਫੈਦ ਹੋ ਗਏ। ਜਦੋਂ ਕੋਈ ਸ਼ਰਾਰਤ ਕਰਦਾ ਹੈ ਤਾਂ ਉਸ ਦੀਆਂ ਲੱਤਾਂ ਨੂੰ ਬੰਨ੍ਹ ਕੇ ਜ਼ੋਰ ਨਾਲ ਦੰਦੀ ਵੱਢ ਦਿੰਦਾ ਹੈ। ਸਰਦੀ ਦੀ ਰੁੱਤ ਵਿੱਚ ਕੱਪੜਾ ਪਹਿਨਦਾ ਨਹੀਂ। ਅਗਰ ਕੋਈ ਜ਼ਬਰਦਸਤੀ ਪਵਾ ਵੀ ਦਿੰਦਾ ਤਾਂ ਉਸ ਨੂੰ ਪਾੜ ਕੇ ਅੱਗ ਵਿੱਚ ਸੁੱਟ ਦਿੰਦਾ ਹੈ। ਇਹ ਵਾਰਤਾ ਗੁਰਬਚਨ ਸਿੰਘ ਪੁੱਤਰ ਸਰਦਾਰ ਨੱਥਾ ਸਿੰਘ ਨੇ ਹਜ਼ੂਰ ਬਾਬਾ ਜੀ ਨੂੰ ਸੁਣਾਈ ਕਿ ਮਹਾਂਪੁਰਸ਼ੋ, ਇਸ ਤਰ੍ਹਾਂ ਭਦੌੜ ਵਿੱਚ ਫ਼ਕਰ ਹੈ ਜਿਸ ਦਾ ਘਰ ਵਾਲਿਆਂ ਕੋਈ ਨਾਮ ਨਹੀਂ ਰੱਖਿਆ। ਹਜ਼ੂਰ ਬਾਬਾ ਜੀ ਨੇ ਬਚਨ ਕੀਤਾ, ਇਸ ਮਸਤ ਜੀ ਦਾ ਪਿਛਲਾ ਜਨਮ ਸਦਨੇ ਕਸਾਈ ਦਾ ਹੈ। ਸਾਖੀ ਨੰਬਰ 27। ਨੈ ਲੰਗੀ ਖਵਾਜਾ ਬਿਸਰਿਆ, ਧੰਨ ਧੰਨ ਬਾਬਾ ਮਹਾਂ ਹਰਨਾਮ ਸਿੰਘ ਜੀ ਸਾਰੀ ਸੰਗਤ ਦੇ ਸਾਹਮਣੇ ਫਰਮਾਇਆ ਕਰਦੇ ਸਨ ਕਿ ਪੱਟ ਪਊ ਪਟਿਆਲੇ, ਨਾਭਾ ਧਾਹਾਂ ਮਾਰੂ ਏ। ਇਹ ਬਚਨ ਸਾਰੀ ਸੰਗਤ ਨੂੰ ਸੁਣਾਉਣ ਦਾ ਭਾਵ ਮਹਾਂਪੁਰਸ਼ਾਂ ਦਾ ਇਹ ਸੀ ਕਿ ਇਹਨਾਂ ਰਿਆਸਤਾਂ ਦੇ ਮਾਲਕ ਕੋਈ ਪੁੰਨ ਦਾਨ ਕਰਕੇ, ਪਰਮਾਤਮਾ ਦਾ ਸਿਮਰਨ ਕਰਕੇ ਆਫਤਾਂ ਤੋਂ ਬਚ ਸਕਣ। ਜੋ ਆਉਣ ਵਾਲੀਆਂ ਆਫਤਾਂ ਦਾ ਸੰਕੇਤ ਬਾਬਾ ਜੀ ਇਸ਼ਾਰਾ ਦੇ ਰਹੇ ਸਨ। ਮੁਨਸ਼ੀ ਹਰਦੇਤ ਸਿੰਘ ਜੀ ਦੇ ਵਾਰ-ਵਾਰ ਬੇਨਤੀ ਕਰਨ ਕਰਕੇ ਮਹਾਰਾਜਾ ਪਟਿਆਲਾ ਹਜ਼ੂਰ ਮਹਾਂਪੁਰਸ਼ ਬਾਬਾ ਮਹਾਂ ਹਰਨਾਮ ਸਿੰਘ ਜੀ ਦੇ ਦਰਬਾਰ ਵਿੱਚ ਆ ਕੇ ਅਸ਼ੀਰਵਾਦ ਲੈ ਗਿਆ ਅਤੇ ਕੁਝ ਉਪਾਅ ਕਰਾ ਗਿਆ, ਜਿਸ ਦੇ ਕਰਕੇ ਬਾਬਾ ਜੀ ਨੇ ਠੰਡੇ ਜਲ ਦੀ ਮੱਟੀ ਭਰ ਕੇ ਉਸ ਵਿੱਚ ਮਹਾਰਾਜੇ ਦਾ ਅਕਸ ਦੇਖ ਕੇ ਆਪਣੀ ਮਿਹਰ ਦੀ ਨਿਗਾਹ ਮਾਰ ਕੇ
ਧਰਤੀ ਵਿੱਚ ਗਲ ਤੱਕ ਦਬਾ ਦਿੱਤੀ ਸੀ। ਮਹਾਰਾਜੇ ਨੂੰ ਸਰੀਰਕ ਤਕਲੀਫ ਤੋਂ ਬਚਾਉਣ ਲਈ 1.25 ਲੱਖ ਜਪਜੀ ਸਾਹਿਬ ਦਾ ਪਾਠ ਵੀ ਕਰਵਾਇਆ ਸੀ, ਪਰ ਨਾਭਾ ਰਿਆਸਤ ਦਾ ਮਹਾਰਾਜਾ ਨਹੀਂ ਆਇਆ, ਜਿਸ ਕਰਕੇ ਉਸ ਨੂੰ ਧਾਹਾਂ ਮਾਰਨੀਆਂ ਪਈਆਂ। ਸੰਤ ਅਚਿੰਤ ਰਾਮ ਜੀ ਫਰਮਾਉਂਦੇ ਸਨ ਕਿ ਪਟਿਆਲੇ ਵਾਲਾ ਬਾਦਸ਼ਾਹ ਵਲੈਤ ਜਾਣ ਲਈ ਭੱਜਿਆ ਫਿਰਦਾ ਹੈ। ਵਲੈਤ ਵਿੱਚ ਕੀ ਧਰਿਆ ਪਿਆ ਹੈ? ਪਹਿਲਾਂ ਬਾਬਾ ਜੀ ਦੇ ਸਿੰਘਾਸਨ 'ਤੇ ਆ ਕੇ ਮੱਥਾ ਟੇਕ ਕੇ ਜਾਵੇ। ਸੰਤ ਅਚਿੰਤ ਰਾਮ ਜੀ ਨੂੰ ਮਹਾਰਾਜੇ ਉੱਪਰ ਹੋਣ ਵਾਲੇ ਹਮਲੇ ਬਾਰੇ ਬੋਧ ਸੀ, ਤਾਂ ਕਿ ਉਸ ਨੂੰ ਟਾਲਿਆ ਜਾ ਸਕੇ। ਪੂਰਬਲੇ ਜਨਮਾਂ ਦੀ ਸਾਂਝ ਕਰਕੇ ਬਾਬਾ ਜੀ ਮਹਾਰਾਜ ਪਟਿਆਲਾ ਰਿਆਸਤ ਦੇ ਮਹਾਰਾਜੇ ਭੁਪਿੰਦਰ ਸਿੰਘ ਦਾ ਖਿਆਲ ਰੱਖਦੇ ਸਨ। ਉਸ ਦੇ ਖਜ਼ਾਨੇ ਦੀ ਬਰਕਤ ਲਈ ਸੰਮਤ 1974 ਵਿੱਚ ਹਜੂਰ ਨੇ ਪੰਡਤ ਸ੍ਰੀ ਰਾਮ ਸਿੰਘ ਜੀ ਨੂੰ 101 ਰੁਪਏ ਦੇ ਕੇ ਪਟਿਆਲੇ ਭੇਜਿਆ ਸੀ ਅਤੇ ਫਰਮਾਇਆ ਸੀ ਮਹਾਰਾਜੇ ਨੂੰ ਕਹਿਣਾ ਕਿ ਇਸ 101 ਰੁਪਏ ਨੂੰ ਚਿੱਟੇ ਕੱਪੜੇ ਵਿੱਚ ਬੰਨ੍ਹ ਕੇ ਖਜ਼ਾਨੇ ਵਿੱਚ ਰੱਖ ਦੇਵੇ, ਕਦੇ ਤੋਟ ਨਹੀਂ ਆਵੇਗੀ। ਇਹ ਵਰ ਵੀ ਬਖਸ਼ਿਆ। ਅਜੇ ਪਾਲ ਸੁਤ ਬਿਨੇ ਪਾਲ, ਪੂਰਬ ਜਨਮ ਤੁਮਾਰਾ, ਸਭ ਭੂਪਨ ਸਿਰ ਮੋਰ ਹੈ, ਜੈ ਜੈ ਕ੍ਰਿਸ਼ਨ ਮੁਰਾਰਾ। ਬਾਬਾ ਜੀ ਫਰਮਾਉਂਦੇ ਸਨ ਕਿ ਅਸੀਂ ਆਪਣੇ ਦਾਦਾ ਗੁਰੂ ਮੱਲ ਸਿੰਘ ਜੀ ਨਾਲ ਪਟਿਆਲੇ ਆਏ ਸੀ ਅਤੇ ਚਮਾਸੇ ਵਿੱਚ ਭੋਜਨ ਛਕੇ ਸਨ, ਇਸ ਕਰਕੇ ਵਰ ਬਖਸ਼ਦੇ ਹਾਂ। ਮਹਾਰਾਜਾ ਉਪਾਅ ਕਰਨ ਦੀ ਅਣਗਹਿਲੀ ਕਰਦਾ ਰਿਹਾ। 3 ਵਾਰ ਸਰਦਾਰ ਜੈ ਸਿੰਘ ਨੇ ਬੇਨਤੀ ਕੀਤੀ, ਫਿਰ ਸਰਦਾਰ ਹੀਰਾ ਸਿੰਘ ਨੇ ਅਰਜ਼ ਕੀਤੀ। ਅਖੀਰ ਸਰਦਾਰ ਜੈ ਸਿੰਘ ਕੱਤਕ 1974 ਨੂੰ ਇੱਕ ਓਵਰਸੀਅਰ ਨੂੰ ਨਕਸ਼ਾ ਬਣਾਉਣ ਲਈ ਸਿੱਧੇ ਪਹਾੜ ਤੋਂ ਇੱਥੇ ਲੈ ਆਏ ਅਤੇ ਪੁੱਛਣ ਲੱਗੇ ਕਿ ਕਿਹੜਾ ਤਲਾਬ ਪੱਕਾ ਕਰਨਾ ਹੈ ਅਤੇ ਕਿਹੜੇ ਭਾਈ ਦਿਆਲ ਚੰਦ ਦੀ ਸਮਾਧ ਅਤੇ ਮਹਾਰਾਜਾ ਆਲਾ ਸਿੰਘ ਜੀ ਦੀ ਸਮਾਧ ਦੀ ਮੁਰੰਮਤ ਕਰਨੀ ਹੈ। ਮੁਨਸ਼ੀ ਜੀ ਨੇ ਬਾਬਾ ਜੀ ਪਾਸ ਬੇਨਤੀ ਕਰ ਦਿੱਤੀ ਕਿ ਮਹਾਰਾਜ ਸਰਦਾਰ ਜੈ ਸਿੰਘ ਸਮਾਧਾਂ ਬਾਰੇ ਅਤੇ ਤਲਾਬ ਪੱਕਾ ਕਰਨ ਬਾਰੇ ਨਕਸ਼ਾ ਬਣਾਉਣ ਆਇਆ ਹੈ, ਕੀ ਹੁਕਮ ਹੈ? ਹਜੂਰ ਬਾਬਾ ਜੀ ਨੇ ਫਰਮਾਇਆ, ਚੁੱਪ, ਖਾਮੋਸ਼। ਨਹਿਰ ਲੰਘੀ ਤੇ ਖਵਾਜਾ ਬਿਸਰਿਆ। ਅਗਲਾ ਭੀੜ ਪਈ ਤੇ ਰਾਮ ਚਿਤਾਰਦਾ ਹੈ, ਪਰ ਭੀੜ ਵੀ ਅਜੇ ਕੁਝ ਨਹੀਂ ਵਿਗਾੜ ਸਕਦੀ ਜਦ ਤੱਕ ਸਾਡੀ ਨਿਗਾਹ ਦਾ ਜਲ ਮੱਟ ਵਿੱਚ ਪੈਂਦਾ ਹੈ। ਮੁਨਸ਼ੀ ਜੀ ਦੇ ਲਿਖ ਕੇ ਭੇਜਣ ਦਾ ਤਾਂ ਮਹਾਰਾਜੇ ਨੇ ਕੀ ਅਮਲ ਕਰਨਾ ਸੀ? ਉਸ ਨੇ ਤਾਂ ਆਪਣੇ ਅਹਿਲਕਾਰਾਂ ਸਰਦਾਰ ਹੀਰਾ ਸਿੰਘ ਅਤੇ ਜੈ ਸਿੰਘ ਦਾ ਵੀ ਯਕੀਨ ਨਹੀਂ ਕੀਤਾ। ਤਕਲੀਫ ਹੋਈ ਤਾਂ ਬਾਬਾ ਜੀ ਅੱਗੇ ਅਰਜ਼ੋਈਆਂ, ਨਹੀਂ ਤਾਂ ਕੋਈ ਖਿਆਲ ਨਹੀਂ।
ਦੁਖ ਮੈਂ ਸਿਮਰਨ ਸਭ ਕਰੇ, ਸੁਖ ਮੈਂ ਕਰੇ ਨ ਕੋਏ। ਜੇ ਸੁਖ ਮੈਂ ਸਿਮਰਨ ਕਰੇ, ਦੁਖ ਕਾਹੇ ਕੋ ਹੋਏ। ਬਾਬਾ ਜੀ ਨੇ ਮਹਾਰਾਜੇ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ, ਪ੍ਰਤੱਖ ਕੌਤਕ ਵਰਤਾਏ। ਜਿਵੇਂ ਇੰਗਲੈਂਡ ਵਿੱਚ ਮਹਾਰਾਜੇ ਨੂੰ ਬੰਬ ਤੋਂ ਬਚਾਉਣਾ, ਆਫਤ ਤੋਂ ਛੁਟਕਾਰੇ ਲਈ ਮੱਟੀ ਵਿੱਚ ਪਾਣੀ ਪਾਉਣਾ, ਕੌਰ ਸਾਹਿਬ ਦੀ ਲੱਤ ਦਾ ਟੁੱਟਣਾ, ਮਹਾਰਾਜੇ ਨੂੰ ਵਲੈਤ ਵਿੱਚ ਕੌਰ ਸਾਹਿਬ ਦੇ ਨਾਲ ਜਾਣ ਦਾ ਹੁਕਮ ਦੇਣਾ, ਪਰ ਨਾ ਜਾਣ ਕਰਕੇ ਵੀ ਮਿਹਰ ਦੀ ਨਿਗਾਹ ਕਰਨੀ, ਖਜ਼ਾਨੇ ਵਿੱਚ 101 ਰੁਪਇਆ ਆਪਣੇ ਕੋਲੋਂ ਭੇਜ ਕੇ ਰਖਵਾਉਣਾ ਅਤੇ ਖਜ਼ਾਨੇ ਦੀ ਬਰਕਤ ਦਾ ਵਜਨ ਕਰਨਾ ਆਦਿ। ਇੰਗਲੈਂਡ ਭੇਜਣ ਸਮੇਂ 1.25 ਲੱਖ ਜਪਜੀ ਸਾਹਿਬ ਦੇ ਪਾਠ ਕਰਵਾ ਕੇ ਜਾਣਾ ਜਾਂ ਕਰਵਾਉਣ ਦਾ ਬੰਦੋਬਸਤ ਕਰਕੇ ਜਾਣਾ। ਇੰਗਲੈਂਡ ਦੀ ਪਾਰਲੀਮੈਂਟ ਵਿੱਚ ਮਹਾਰਾਜੇ ਦੇ ਸੱਜੇ ਪਾਸੇ ਖੜ੍ਹ ਕੇ ਕਾਮਯਾਬ ਭਾਸ਼ਣ ਕਰਵਾਉਣਾ। ਇਤਨੀਆਂ ਕਰਾਮਾਤਾਂ ਦੇਖ ਕੇ ਵੀ ਮਹਾਰਾਜੇ ਨੇ ਸੇਵਾ ਲਈ ਨਾ ਮੰਨਣਾ ਮਨਮੱਤ ਦਾ ਸਬੂਤ ਹੈ। ਬਿਨ ਪ੍ਰੀਤ ਕਰੇ ਬਹੁ ਬਾਤਾਂ, ਕੂੜ ਬੋਲ ਕੂੜੋ ਫਲ ਪਾਵੈ। ਇਸ ਤਰ੍ਹਾਂ ਮੁਨਸ਼ੀ ਜੀ ਨੇ ਕਦੇ ਸਰਦਾਰ ਗੁਰਬਖਸ਼ ਸਿੰਘ ਜੀ ਨੂੰ, ਕਦੇ ਸਰਦਾਰ ਜਗਤ ਸਿੰਘ ਜੀ ਨੂੰ, ਊਬੇ ਵਾਲੀ ਮਹਾਰਾਣੀ ਜੀ ਨੂੰ, ਸਰਦਾਰ ਜੈ ਸਿੰਘ ਜੀ, ਸਰਦਾਰ ਹੀਰਾ ਸਿੰਘ ਜੀ ਰਾਹੀਂ ਬਹੁਤ ਅਰਜ਼ੋਈਆਂ ਕੀਤੀਆਂ ਕਿ ਕਿਸੇ ਤਰ੍ਹਾਂ ਰਿਆਸਤ ਦਾ ਭਲਾ ਹੋ ਸਕੇ। ਮਾਈ ਜੀ ਊਬੇ ਵਾਲੀ ਮਹਾਰਾਣੀ ਦੀ ਮਾਤਾ ਜੀ ਨੇ ਵੀ ਭੁੱਚੋ ਆਉਣ ਦਾ ਇਰਾਦਾ ਕੀਤਾ ਤਾਂ ਉਸ ਸਮੇਂ ਬਾਬਾ ਜੀ ਅਚਾਨਕ ਜੋਤੀ ਜੋਤ ਸਮਾ ਗਏ। ਫਿਰ ਅਚਿੰਤ ਰਾਮ ਜੀ ਮਹਾਰਾਜ ਤੋਂ ਬਖਸ਼ਾਉਣਾ ਚਾਹਿਆ ਤਾਂ ਉਹ ਵੀ ਹਰਿਦੁਆਰ ਪਹੁੰਚ ਕੇ 5ਵੇਂ ਦਿਨ ਹੀ ਦਰਗਾਹ ਨੂੰ ਚਲੇ ਗਏ। ਕਬੀਰ ਮਨ ਜਾਣੇ ਸਭ ਬਾਤ, ਜਾਨਤ ਹੀ ਔਗਨ ਕਰੇ। ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੇ। ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰਿਆ। ਜਦੋਂ ਬਾਦਸ਼ਾਹ ਦੀ ਹਾਲਤ ਖਰਾਬ ਹੋਣ ਲੱਗੀ ਤਾਂ ਮੁਨਸ਼ੀ ਜੀ ਨੂੰ ਸੇਵਾ ਬਾਰੇ ਪੁੱਛਦੇ ਰਹੇ, ਪਰ ਉਸ ਵੇਲੇ ਸਮਾਂ ਲੰਘ ਗਿਆ ਸੀ। ਹੁਣ ਰਾਜਾ ਗੁਰਦਿੱਤ ਸਿੰਘ, ਕਰਨਲ ਸੰਪਤ ਸਿੰਘ, ਰਾਜਾ ਹਰਚੰਦ ਸਿੰਘ, ਭੰਦੌੜ, ਗਿਆਨ ਸਿੰਘ ਰਾੜੇਵਾਲਾ ਵੇਲੇ ਨੂੰ ਪਛਤਾ ਰਹੇ ਸਨ ਕਿ ਕਿਉਂ ਨਾ ਮਹਾਂਪੁਰਸ਼ਾਂ ਦੇ ਬਚਨ ਮੰਨੇ ਗਏ। ਜੇ ਉਸ ਸਮੇਂ 1979 ਸੰਮਤ ਦੇ ਫਰਮਾਏ ਹੋਏ ਬਚਨ ਅਮਲ ਵਿੱਚ ਲਿਆਂਦੇ ਜਾਂਦੇ ਤਾਂ ਅੱਜ ਰਾਜ ਭਾਗ ਅਤੇ ਰਿਆਸਤ ਦੇ ਟੁੱਟਣ ਵਾਲੀਆਂ ਆਫਤਾਂ ਤੋਂ ਬਚ ਸਕਦੇ ਸੀ ਅਤੇ ਮਹਾਰਾਜਾ ਸਾਹਿਬ ਵੀ ਸਰੀਰਕ ਤੌਰ 'ਤੇ ਠੀਕ ਠਾਕ ਰਹਿ ਸਕਦੇ ਸਨ। ਸਾਖੀ ਨੰਬਰ 28। ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ,
ਆੜ ਦਾਮ ਕੋ ਸ਼ੀਪਰੋ ਹੋਇਓ ਲਖੀਣਾ। ਬੰਦਗੀ ਮਨੁੱਖ ਨੂੰ ਸਤਿਕਾਰ ਬਖਸ਼ਦੀ ਹੈ। ਪਰਮੇਸ਼ਰ ਦੀ ਬੰਦਗੀ ਮਨੁੱਖ ਵਿੱਚ ਇਤਨੀ ਬਰਕਤ ਪਾ ਦਿੰਦੀ ਹੈ ਕਿ ਉਸ ਦੇ ਅੱਗੇ ਦੁਨੀਆਦਾਰ ਰਾਜੇ ਮਹਾਰਾਜੇ ਝੁਕਣ ਲਈ ਮਜਬੂਰ ਹੋ ਜਾਂਦੇ ਹਨ। ਇੱਕ ਜਨਮ ਦੀ ਬੰਦਗੀ ਕਈ ਜਨਮਾਂ ਤੱਕ ਪਰਮਾਤਮਾ ਦੀ ਰਹਿਮਤ ਦਾ ਪਾਤਰ ਬਣਾਈ ਰੱਖਦੀ ਹੈ। ਜਿਵੇਂ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਜੀ ਦੇ ਪੂਰਬਲੇ ਜਨਮਾਂ ਦੀ ਤਪੱਸਿਆ ਇਸ ਜਨਮ ਵਿੱਚ ਵੀ ਸਹਾਈ ਹੁੰਦੀ ਰਹੀ। ਬਾਬਾ ਮਹਾਂ ਹਰਨਾਮ ਸਿੰਘ ਜੀ ਇਹਨਾਂ ਦੀ ਤਪੱਸਿਆ ਦੇ ਕਾਰਨ ਹਮੇਸ਼ਾ ਇਹਨਾਂ ਦੀ ਰੱਖਿਆ ਕਰਦੇ ਰਹੇ। ਬਾਬਾ ਜੀ ਬਚਨ ਕਰਿਆ ਕਰਦੇ ਸਨ ਕਿ ਜਬ ਜਬ ਸਾਡੀ ਨਿਗਾਹ ਦਾ ਜਲ ਸਾਸਨ ਮੇਂ ਪੈਂਦਾ ਹੈ, ਕਿਤਨੀਆਂ ਭੀੜਾਂ ਸੰਘੀੜਾਂ ਪੈਣ, ਬਾਦਸ਼ਾਹ ਦਾ ਕੁਝ ਨਹੀਂ ਵਿਗਾੜ ਸਕਦੀਆਂ। ਹਜੂਰ ਮਹਾਰਾਜ ਬਾਬਾ ਜੀ ਨੇ 1977 ਵਿੱਚ ਅਨਵਰ ਜੀ ਦੀ ਦੇਹ ਨੂੰ ਪਰਦੇਸ ਵਿੱਚ ਆਪਣੇ ਪਵਿੱਤਰ ਖੱਬੇ ਹੱਥ ਨਾਲ ਫੜ ਕੇ ਛਾਤੀ ਨਾਲ ਲਾਇਆ ਅਤੇ ਸੱਜੇ ਹੱਥ ਨਾਲ ਬੰਬ ਫੜ ਕੇ ਦੂਰ ਸੁੱਟਿਆ। ਫਿਰ ਪੱਟ ਪਊ ਪਟਿਆਲੇ ਵਾਲੀ ਆਫਤ ਤੋਂ ਬਚਾਇਆ। 1.25 ਲੱਖ ਜਪਜੀ ਸਾਹਿਬ ਦੇ ਪਾਠ ਕਰਕੇ ਮਨਹੂਸ ਤਕਲੀਫ ਤੋਂ ਬਚਾਇਆ। ਮੁਨਸ਼ੀ ਜੀ ਜੋ ਕਿ ਰਾਜੇ ਕੋਲ ਰਹਿ ਕੇ ਬੇਸ਼ੱਕ ਬਰਬਾਦ ਹੋ ਗਏ, ਪਰ ਉਹ ਧੰਨਵਾਦੀ ਸਨ ਅਨਵਰ ਜੀ ਦੇ, ਜਿਨ੍ਹਾਂ ਨੇ ਉਸ ਨੂੰ ਬਾਬਾ ਜੀ ਦੀ ਹਜ਼ੂਰੀ ਵਿੱਚ ਭੇਜ ਕੇ ਬੰਦਗੀ ਨਾਲ ਜੋੜਿਆ ਅਤੇ ਮਹਾਂਪੁਰਸ਼ਾਂ ਦੀ ਸੰਗਤ ਬਖਸ਼ਿਸ਼ ਕੀਤੀ। ਜਿਵੇਂ ਕਿ ਇੱਕ ਹਰੀਜਨ ਔਰਤ ਮਹਾਰਾਜੇ ਦੇ ਮਹਿਲਾਂ ਵਿੱਚ ਨੌਕਰ ਸੀ। ਵਾਰਤਾ: ਕਿਸੇ ਰਾਜੇ ਦੇ ਮਹਿਲ ਵਿੱਚ ਇੱਕ ਹਰੀਜਨ ਔਰਤ ਚੌਂਕੀ ਸਾਫ਼ ਕਰਨ ਦਾ ਕੰਮ ਕਰਦੀ ਸੀ। ਇੱਕ ਦਿਨ ਉਹ ਬਿਮਾਰ ਹੋ ਗਈ। ਉਸਨੇ ਆਪਣੇ ਪਤੀ ਨੂੰ ਕਿਹਾ ਕਿ ਮੈਂ ਬਿਮਾਰ ਹਾਂ, ਅੱਜ ਤੁਸੀਂ ਜਾ ਕੇ ਚੌਂਕੀ ਸਾਫ਼ ਕਰ ਆਓ। ਨੌਕਰ ਮਹਿਲਾਂ ਵਿੱਚ ਚਲਾ ਗਿਆ ਅਤੇ ਦੁਆਰਪਾਲ ਨੂੰ ਬੇਨਤੀ ਕੀਤੀ ਕਿ ਮੈਂ ਚੌਂਕੀ ਸਾਫ਼ ਕਰਨ ਆਇਆ ਹਾਂ, ਮੇਰੀ ਪਤਨੀ ਬਿਮਾਰ ਹੋ ਗਈ ਹੈ। ਦੁਆਰਪਾਲ ਨੇ ਆਗਿਆ ਲੈ ਕੇ ਉਸ ਨੂੰ ਅੱਗੇ ਭੇਜ ਦਿੱਤਾ। ਜਦੋਂ ਅੰਦਰ ਪਹੁੰਚਿਆ ਤਾਂ ਸਾਹਮਣੇ ਰਾਣੀ ਸਾਹਿਬਾਂ ਪਾਠ ਕਰ ਰਹੀ ਸੀ। ਦੇਖਦੇ ਹੀ ਆਪਣੇ ਹੋਸ਼ ਗਵਾ ਬੈਠਾ। ਉਸ ਨੂੰ ਪਤਾ ਨਹੀਂ ਸੀ ਕਿ ਇਹ ਰਾਣੀ ਸਾਹਿਬਾਂ ਹੈ। ਉਸ ਨੇ ਜਲਦੀ ਜਲਦੀ ਚੌਂਕੀ ਸਾਫ਼ ਕੀਤੀ ਅਤੇ ਆਪਣੇ ਘਰ ਵਾਪਸ ਆ ਗਿਆ। ਘਰ ਪਹੁੰਚ ਕੇ ਮੰਜੇ ਉੱਪਰ ਕੱਪੜਾ ਲੈ ਕੇ ਲੇਟ ਗਿਆ। ਪਤਨੀ ਨੇ ਪੁੱਛਿਆ, ਕੀ ਗੱਲ, ਆਉਂਦੇ ਹੀ ਕੱਪੜਾ ਲੈ ਕੇ ਪੈ ਗਏ? ਖੈਰ ਤਾਂ ਹੈ? ਕੋਈ ਤਕਲੀਫ ਹੋ ਗਈ ਹੈ? ਤਕਲੀਫ ਕੀ, ਮੈਂ ਤਾਂ ਜਦੋਂ ਤੱਕ ਉਸ ਔਰਤ ਨਾਲ ਗੱਲਾਂ ਨਹੀਂ ਕਰ ਲੈਂਦਾ ਜੋ ਮਹਿਲ ਦੇ ਅੰਦਰ ਪੋਥੀ ਪੜ੍ਹ ਰਹੀ ਸੀ,
ਉਦੋਂ ਤੱਕ ਮੇਰਾ ਜਿਉਣਾ ਮੁਸ਼ਕਿਲ ਹੋ ਗਿਆ ਹੈ। ਹਰੀਜਨ ਬੋਲਿਆ। ਔਰਤ ਬੋਲੀ, ਚੁੱਪ ਚੁੱਪ, ਉਹ ਤਾਂ ਰਾਣੀ ਸਾਹਿਬਾਂ ਹੈ। ਜੇ ਕਿਸੇ ਨੇ ਸੁਣ ਲਿਆ ਤੇ ਉਹਨਾਂ ਨੂੰ ਦੱਸ ਦਿੱਤਾ ਤਾਂ ਸਾਡਾ ਅਤੇ ਸਾਡੇ ਬੱਚਿਆਂ ਦਾ ਕਤਲ ਕਰਵਾ ਦੇਣਗੇ। ਚੰਗਾ, ਫਿਰ ਮੈਂ ਤਾਂ ਹੁਣ ਬਚਦਾ ਨਹੀਂ। ਪਤੀ ਜੀ, ਤੁਸੀਂ ਪ੍ਰਾਣ ਨਾ ਤਿਆਗੋ, ਮੈਂ ਹੁਣੇ ਹੀ ਕੋਈ ਉਪਾਅ ਸੋਚਦੀ ਹਾਂ। ਔਰਤ ਬੋਲੀ। ਹਰੀਜਨ ਔਰਤ ਮਹਿਲਾਂ ਵਿੱਚ ਗਈ, ਰਾਣੀ ਨੂੰ ਮੱਥਾ ਟੇਕਿਆ ਅਤੇ ਅਸੀਸਾਂ ਦਿੱਤੀਆਂ। ਰਾਣੀ ਨੇ ਪੁੱਛਿਆ ਕਿ ਹੁਣ ਤੂੰ ਠੀਕ ਹੈ ਬੁਖਾਰ ਤੋਂ? ਰਾਣੀ ਸਾਹਿਬਾਂ, ਮੈਂ ਤਾਂ ਠੀਕ ਹਾਂ, ਪਰ ਤੁਹਾਡਾ ਸੇਵਕ ਜੋ ਅੱਜ ਚੌਂਕੀ ਸਾਫ਼ ਕਰਕੇ ਗਿਆ ਹੈ, ਸਾਹਾਂ ਪਰ ਪਿਆ ਹੈ, ਕਹਿੰਦਾ ਹੈ ਮੈਂ ਬਚਦਾ ਨਹੀਂ। ਰਾਣੀ ਨੇ ਪੁੱਛਿਆ ਕੀ ਹੋ ਗਿਆ ਹੈ? ਉਹ ਹੁਣੇ ਤਾਂ ਇੱਥੋਂ ਠੀਕ ਠਾਕ ਗਿਆ ਹੈ। ਹਰੀਜਨ ਔਰਤ ਬੋਲੀ, ਰਾਣੀ ਸਾਹਿਬਾਂ, ਗੁਸਤਾਖੀ ਮਾਫ਼ ਕਰਨੀ। ਤੁਹਾਡਾ ਸੇਵਕ ਚੌਂਕੀ ਸਾਫ਼ ਕਰਨ ਆਇਆ, ਤੁਹਾਡੇ ਦਰਸ਼ਨ ਕਰ ਗਿਆ। ਇੱਥੋਂ ਜਾ ਕੇ ਕਹਿੰਦਾ ਹੈ ਮੈਂ ਤਾਂ ਜਦੋਂ ਤੱਕ ਰਾਣੀ ਨਾਲ ਗੱਲਾਂ ਬਾਤਾਂ ਨਹੀਂ ਕਰ ਲੈਂਦਾ, ਜਿਉਂਦਾ ਨਹੀਂ ਰਹਿ ਸਕਦਾ। ਰਾਣੀ ਸਤਵੰਤੀ ਬੋਲੀ, ਕੋਈ ਗੱਲ ਨਹੀਂ, ਮੈਂ ਉਸ ਨਾਲ ਜ਼ਰੂਰ ਗੱਲਾਂ ਕਰਾਂਗੀ। ਨੌਕਰ ਸਾਡੇ ਬੱਚਿਆਂ ਵਰਗੇ ਹੁੰਦੇ ਹਨ, ਪਰ ਰਾਜਿਆਂ ਮਹਾਰਾਜਿਆਂ ਦੇ ਦਰਸ਼ਨ ਕਰਨ ਵਾਲਿਆਂ ਦਾ ਹਿਰਦਾ ਸੁੱਧ ਹੋਣਾ ਚਾਹੀਦਾ ਹੈ, ਤਾਂ ਸੁੱਖ ਮਿਲਦਾ ਹੈ। ਮੈਂ ਉਸ ਨਾਲ ਬਾਤਾਂ ਜ਼ਰੂਰ ਕਰਾਂਗੀ, ਪਰ ਇੱਕ ਸ਼ਰਤ ਹੈ ਕਿ ਉਹ ਇੱਕ ਲੰਗੋਟੀ ਵਿੱਚ ਹੋ ਕੇ ਅਤੇ ਆਪਣੇ ਸਰੀਰ ਉੱਤੇ ਵਿਭੂਤੀ ਜਾਂ ਨਿਸਵਾਹ ਮਲ ਕੇ, ਹੱਥ ਵਿੱਚ ਮਾਲਾ ਫੜ ਕੇ, ਇੱਕ ਚਰਸਤੇ ਵਿੱਚ ਬੈਠ ਕੇ ਰਾਮ ਰਾਮ ਦੀ ਮਾਲਾ ਫੇਰੀ ਜਾਵੇ। ਉਸ ਦੇ ਅੱਗੇ ਕੋਈ ਸਵਾਲ ਵੀ ਕਰੇ ਤਾਂ ਵੀ ਅੱਖਾਂ ਨਾ ਖੋਲੇ, ਰਾਮ ਰਾਮ ਹੀ ਜਪੀ ਜਾਵੇ, ਨਾ ਕੋਈ ਜਵਾਬ ਦੇਵੇ। ਉਸ ਦੇ ਅੱਗੇ ਕੋਈ ਮਾਇਆ, ਮਠਿਆਈਆਂ, ਕੱਪੜੇ, ਹੀਰੇ ਮੋਤੀ ਵੀ ਰੱਖ ਦੇਵੇ, ਉਹਨਾਂ ਵੱਲ ਅੱਖ ਪੁੱਟ ਕੇ ਨਾ ਵੇਖੇ। ਇਹ ਕੁਝ ਪੈਸੇ ਲੈ ਜਾ, ਇਹਨਾਂ ਪੈਸਿਆਂ ਦਾ ਰਾਸ਼ਨ ਖਰੀਦ ਕੇ ਉਸ ਨੂੰ ਘਿਓ ਦੀਆਂ ਪਿੰਨੀਆਂ ਬਣਾ ਦੇਵੀਂ। ਉਸ ਨੂੰ ਕਹਿਣਾ, ਇਹ ਪਿੰਨੀਆਂ ਮਟਕੇ ਵਿੱਚ ਪਾ ਕੇ ਆਪਣੇ ਆਸਣ ਹੇਠ ਮਟਕਾ ਮਿੱਟੀ ਵਿੱਚ ਦੱਬ ਲਵੀਂ ਅਤੇ ਪਾਣੀ ਦਾ ਘੜਾ ਪੀਣ ਲਈ ਰੱਖਣਾ। ਜਦ ਕੋਈ ਉਸ ਦੇ ਕੋਲ ਨਾ ਹੋਵੇ, ਰਾਤ ਨੂੰ 2 ਪਿੰਨੀਆਂ ਖਾ ਲਿਆ ਕਰੇ ਅਤੇ ਪਾਣੀ ਪੀ ਲਿਆ ਕਰੇ ਅਤੇ ਰਾਤ ਵੇਲੇ ਹੀ ਜੰਗਲ ਪਾਣੀ ਜਾਇਆ ਕਰੇ। ਇਹ ਸਾਰਾ ਕੁਝ ਕਰਨ ਦੇ ਨਾਲ ਮੈਂ ਆ ਕੇ ਬਾਤਾਂ ਕਰਾਂਗੀ। ਦਿਨ ਦੇ ਸਮੇਂ ਰਾਮ ਰਾਮ ਦੀ ਮਾਲਾ ਜਪਦਾ ਰਹੇ। ਹਰੀਜਨ ਔਰਤ ਨੇ ਘਰ ਆ ਕੇ ਆਪਣੇ ਪਤੀ ਨੂੰ ਸਭ ਕੁਝ ਸਮਝਾ ਦਿੱਤਾ। ਬਾਜ਼ਾਰ ਵਿੱਚੋਂ ਰਾਸ਼ਨ ਲਿਆ ਕੇ ਪਿੰਨੀਆਂ ਬਣਾ ਦਿੱਤੀਆਂ।
ਜਿਸ ਤਰ੍ਹਾਂ ਰਾਣੀ ਨੇ ਆਖਿਆ ਸੀ, ਹਰੀਜਨ ਨੇ ਉਸੇ ਤਰ੍ਹਾਂ ਕਰਨਾ ਸ਼ੁਰੂ ਕਰ ਦਿੱਤਾ। ਭਭੂਤੀ ਸਰੀਰ ਉੱਤੇ ਲਾ ਕੇ ਚਰਸਤੇ ਵਿੱਚ ਬੈਠ ਗਿਆ ਅਤੇ ਰਾਮ ਰਾਮ ਦੀ ਮਾਲਾ ਦਾ ਜਾਪ ਕਰਨ ਲੱਗ ਪਿਆ। ਜੋ ਵੀ ਚਰਸਤੇ ਵਿੱਚੋਂ ਲੰਘੇ, ਹਰ ਕੋਈ ਸਾਧੂ ਸਮਝ ਕੇ ਮੱਥਾ ਟੇਕ ਕੇ ਜਾਵੇ। ਕੋਈ ਕੱਪੜਾ, ਕੋਈ ਪੈਸਾ, ਮਠਿਆਈਆਂ ਦੇ ਡੱਬੇ ਭੇਟਾਂ ਕਰੇ, ਪਰ ਉਹ ਅਡੋਲ ਬੈਠਾ ਰਾਮ ਰਾਮ ਜਪੀ ਜਾਵੇ, ਕਿਸੇ ਵੱਲ ਦੇਖੇ ਵੀ ਨਾ। ਰਾਤ ਨੂੰ ਜਦੋਂ ਇਕੱਲਾ ਹੋਵੇ, ਪਿੰਨੀਆਂ ਖਾ ਲਵੇ ਤੇ ਕਿਰਿਆ ਸੋਧ ਕੇ ਆਰਾਮ ਕਰ ਲਵੇ। ਕਈ ਦਿਨ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਲੋਕਾਂ ਵਿੱਚ ਚਰਚਾ ਸ਼ੁਰੂ ਹੋ ਗਈ ਕਿ ਚੁਰਸਤੇ ਵਿੱਚ ਸਾਧੂ ਬੈਠੇ ਹਨ ਜੋ ਰਾਮ ਰਾਮ ਜਪੀ ਜਾਂਦੇ ਹਨ, ਸਿਰਫ ਪਾਣੀ ਪੀਂਦੇ ਹਨ, ਹੋਰ ਕੁਝ ਨਹੀਂ ਖਾਂਦੇ। ਹੌਲੀ ਹੌਲੀ ਇਹ ਖਬਰ ਰਾਜ ਦਰਬਾਰ ਵਿੱਚ ਪਹੁੰਚ ਗਈ। ਵਜ਼ੀਰਾਂ ਅਤੇ ਅਹਿਲਕਾਰਾਂ ਨੇ ਵੀ ਦਰਸ਼ਨ ਕਰਨ ਦਾ ਮਨ ਬਣਾ ਲਿਆ। ਉਹਨਾਂ ਨੇ ਚੰਗੇ ਚੰਗੇ ਬਸਤਰ ਅਤੇ ਤੋਹਫੇ ਲਏ ਤੇ ਦਰਸ਼ਨ ਕਰਨ ਚੱਲ ਪਏ। ਵਜ਼ੀਰਾਂ ਤੇ ਅਹਿਲਕਾਰਾਂ ਨੇ ਦੇਖਿਆ ਕਿ ਸਾਧੂ ਨੇ ਕਿਸੇ ਚੀਜ਼ ਵੱਲ ਕੋਈ ਧਿਆਨ ਨਹੀਂ ਦਿੱਤਾ, ਰਾਮ ਰਾਮ ਦੀ ਮਾਲਾ ਵਿੱਚ ਹੀ ਮਸਤ ਹੈ। ਉਹਨਾਂ ਜਾ ਕੇ ਰਾਜੇ ਨੂੰ ਦੱਸਿਆ ਕਿ ਚਰਸਤੇ ਵਿੱਚ ਸਾਧੂ ਬੈਠੇ ਹਨ, ਰਾਮ ਰਾਮ ਜਪੀ ਜਾਂਦੇ ਹਨ, ਬਹੁਤ ਤਿਆਗੀ ਹਨ, ਕਿਸੇ ਚੀਜ਼ ਵੱਲ ਧਿਆਨ ਨਹੀਂ ਦਿੰਦੇ, ਨਾ ਕੁਝ ਖਾਂਦੇ ਹਨ। ਰਾਜੇ ਨੇ ਵੀ ਮਨ ਬਣਾ ਲਿਆ ਕਿ ਇਹੋ ਜਿਹੇ ਸਾਧੂ ਦੇ ਜ਼ਰੂਰ ਦਰਸ਼ਨ ਕਰੀਏ। ਰਾਜਾ ਹੀਰੇ ਮੋਤੀਆਂ ਦੇ ਭੇਟਾਂ ਲੈ ਕੇ ਦਰਸ਼ਨ ਕਰਨ ਚੱਲ ਪਿਆ। ਰਾਜੇ ਨੇ ਮੱਥਾ ਟੇਕਿਆ ਅਤੇ ਤੋਹਫੇ ਭੇਂਟ ਕੀਤੇ, ਪਰ ਸਾਧੂ ਨੇ ਕੋਈ ਧਿਆਨ ਨਹੀਂ ਦਿੱਤਾ। ਰਾਮ ਰਾਮ ਦੀ ਮਾਲਾ ਫੇਰੀ ਗਿਆ, ਅੱਖਾਂ ਬੰਦ ਰੱਖੀਆਂ। ਰਾਜਾ ਸਾਹਿਬ ਨੇ ਆ ਕੇ ਰਾਣੀ ਕੋਲ ਗੱਲ ਕੀਤੀ ਕਿ ਚਰਸਤੇ ਵਿੱਚ ਸਾਧੂ ਬੈਠੇ ਹਨ, ਰਾਮ ਰਾਮ ਦੀ ਮਾਲਾ ਫੇਰੀ ਜਾਂਦੇ ਹਨ, ਕਿਸੇ ਕਿਸਮ ਦਾ ਲੋਭ ਨਹੀਂ, ਪਦਾਰਥ ਅੱਗੇ ਪਏ ਹਨ, ਮਾਇਆ ਬਸਤਰ ਆਦਿ ਕਿਸੇ ਨੂੰ ਹੱਥ ਨਹੀਂ ਲਾਉਂਦੇ, ਨਾ ਹੀ ਕੁਝ ਖਾਂਦੇ ਹਨ। ਰਾਣੀ ਨੂੰ ਸਭ ਕੁਝ ਮਾਲੂਮ ਹੀ ਸੀ। ਉਸ ਨੇ ਰਾਜੇ ਨੂੰ ਬੇਨਤੀ ਕੀਤੀ, ਮਹਾਰਾਜ, ਮੈਂ ਵੀ ਦਰਸ਼ਨ ਕਰ ਆਵਾਂ, ਜੇ ਹੁਕਮ ਹੋਵੇ। ਜ਼ਰੂਰ ਦਰਸ਼ਨ ਕਰੋ। ਰਾਜੇ ਨੇ ਆਗਿਆ ਦੇ ਦਿੱਤੀ। ਰਾਜੇ ਨੇ ਅਹਿਲਕਾਰਾਂ ਨੂੰ ਕਹਿ ਕੇ ਉੱਥੇ ਕਨਾਤਾਂ ਲਗਵਾ ਦਿੱਤੀਆਂ, ਕਿਉਂਕਿ ਰਾਣੀ ਨੇ ਵੀ ਦਰਸ਼ਨ ਕਰਨੇ ਸਨ। ਰਾਣੀ ਬੱਗੀ ਵਿੱਚ ਸਵਾਰ ਹੋ ਕੇ ਗੋਲੀਆਂ ਬਾਂਦੀਆਂ ਨਾਲ ਦਰਸ਼ਨ ਕਰਨ ਪਹੁੰਚ ਗਈ। ਬੱਗੀ ਬਾਹਰ ਖੜੀ ਕਰਕੇ ਰਾਣੀ ਉਤਰ ਕੇ ਹਰੀਜਨ ਸਾਧੂ ਦੇ ਅੱਗੇ ਜਾ ਖੜੀ ਹੋਈ, ਜੋ ਰਾਮ ਰਾਮ ਜਪੀ ਜਾ ਰਿਹਾ ਸੀ, ਅਤੇ ਰਾਣੀ ਉਸ ਦੇ ਅੱਗੇ ਜਾ ਕੇ ਬੋਲੀ, ਉਹ ਰੱਬ ਦੇ ਬੰਦੇ, ਮੈਂ ਖੜੀ ਹਾਂ, ਕਰ ਗੱਲ ਜੋ ਕਰਨੀ ਹੈ। ਬਾਂਦੀਆਂ ਹੈਰਾਨ ਸਨ ਕਿ ਰਾਣੀ ਸਾਧੂ ਨੂੰ ਇਸ ਤਰ੍ਹਾਂ ਕਿਉਂ ਬੋਲੀ, ਪਰ ਕਿਸੇ ਦੇ ਪੁੱਛਣ ਦੀ ਹਿੰਮਤ ਨਹੀਂ ਸੀ। ਰਾਣੀ ਨੇ ਫੇਰ ਕਿਹਾ, ਉਹ ਰੱਬ ਦੇ ਬੰਦੇ,
ਮੈਂ ਖੜੀ ਹਾਂ ਇਕੱਲੀ, ਜੋ ਗੱਲ ਕਰਨੀ ਹੈ ਕਰ। ਸਾਧੂ ਫੇਰ ਵੀ ਨਹੀਂ ਬੋਲਿਆ। ਇਸੇ ਤਰ੍ਹਾਂ ਰਾਣੀ ਨੇ ਤੀਸਰੀ ਵਾਰ ਕਿਹਾ, ਫੇਰ ਵੀ ਕੋਈ ਜਵਾਬ ਨਹੀਂ। ਚੌਥੀ ਵਾਰ ਫੇਰ ਰਾਣੀ ਬੋਲੀ, ਬੋਲਦਾ ਕਿਉਂ ਨਹੀਂ, ਬਾਤ ਕਰ, ਨਹੀਂ ਤਾਂ ਹੁਣੇ ਹੀ ਫਾਂਸੀ 'ਤੇ ਲਟਕਾ ਦੇਵਾਂਗੀ। ਉਸੇ ਸਮੇਂ ਹਰੀਜਨ ਮਹਾਤਮਾ ਰਾਣੀ ਦੇ ਚਰਨਾਂ ਉੱਪਰ ਡਿੱਗ ਪਿਆ ਅਤੇ ਬੇਨਤੀ ਕਰਨ ਲੱਗਾ, ਤੁਸੀਂ ਮੇਰੀ ਧਰਮ ਦੀ ਮਾਤਾ ਹੋ, ਮੇਰੇ ਗੁਰੂ ਹੋ, ਜਿਨ੍ਹਾਂ ਦੇ ਉਪਦੇਸ਼ ਨਾਲ ਮੈਨੂੰ ਨੀਚ ਜਾਤ ਦੇ ਨੂੰ ਰਾਮ ਨਾਮ ਦੀ ਇਹੋ ਜਿਹੀ ਦੁਰਲੱਭ ਚੀਜ਼ ਮਿਲੀ ਹੈ, ਜਿਸ ਦੇ ਪ੍ਰਤਾਪ ਨਾਲ ਰਾਜੇ ਮਹਾਰਾਜੇ, ਅਮੀਰ ਧਨਾੜ, ਵਜ਼ੀਰਾਂ ਨੇ, ਸਭ ਅਮੀਰਾਂ ਗਰੀਬਾਂ ਨੇ ਮੈਨੂੰ ਨਮਸਕਾਰ ਕੀਤੀ ਹੈ। ਇਹ ਰਾਮ ਨਾਮ ਦੇ ਜਾਪ ਦੀ ਹੀ ਕਿਰਪਾ ਹੈ, ਜਿਸ ਨਾਲ ਸਾਰੇ ਮੈਨੂੰ ਨੀਵੀਂ ਜਾਤ ਵਾਲੇ ਨੂੰ ਮੱਥਾ ਟੇਕਦੇ ਹਨ। ਨਾਗਰ ਜਨਾ ਮੇਰੀ ਜਾਤ ਵਿਖਿਆਤ ਚਮਾਰ, ਹਿਰਦੇ ਰਾਮ ਗੋਬਿੰਦ ਗੁਣ ਸਾਰ। ਰਹਾਉ ਸੁਰਸਰੀ ਸਲਲ ਕ੍ਰਿਤ ਬਾਰਣੀ, ਰੇ ਸੰਤ ਜਨ ਕਰਤ ਨਹੀਂ ਪਾਨ। ਸੁਰਾ ਅਪਵਿੱਤਰ ਨਤ ਅਵਰ ਜਲ ਰੇ, ਸੁਰਸਰੀ ਮਿਲਤ ਨਹੀਂ ਹੋਏ ਆਨ। ਤਰ ਤਾਰ ਅਪਵਿੱਤਰ ਕਰ ਮਾਨਿਆ ਰੇ, ਜੈਸੇ ਕਾਗਰਾ ਕਰਤ ਵਿਚਾਰ। ਭਗਤ ਭਗਉਤ ਲਿਖਿਆ ਤਹ ਊਪਰੇ, ਪੂਜੀਏ ਕਰ ਨਮਸਕਾਰ। ਮੇਰੀ ਜਾਤ ਕੁੰਟ ਬਾਂਡਲਾ ਢੋਰ ਢਵੰਤਾ, ਨਿਤਹਿ ਬਨਾਰਸੀ ਆਸ ਪਾਸਾ। ਅਬ ਵਿਪਰ ਪ੍ਰਧਾਨ ਤਹਿ ਕਰੇ ਡੰਡੌਤ, ਤੇਰੇ ਨਾਮ ਸਰਣਾਈ ਰਵਿਦਾਸ ਦਾਸਾ। ਬੰਦਗੀ ਕਰਨ ਵਾਲਾ ਨਾਮ ਜਪਦਾ ਜਪਦਾ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ, ਜਿਸ ਦੀ ਕੋਈ ਜਾਤ ਪਾਤ ਨਹੀਂ ਰਹਿੰਦੀ। ਸੰਸਾਰੀ ਜੀਵ ਮਨੁੱਖ ਪਰਮੇਸ਼ਰ ਦਾ ਨਾਮ ਜਪ ਕੇ ਆਪਣਾ ਲੋਕ ਪਰਲੋਕ ਸਵਾਰ ਲੈਂਦਾ ਹੈ ਅਤੇ ਦੂਜਿਆਂ ਲਈ ਚਾਨਣ ਮੁਨਾਰਾ ਬਣ ਜਾਂਦਾ ਹੈ। ਸੋ ਇਸ ਤਰ੍ਹਾਂ ਮੁਨਸ਼ੀ ਹਰਦੇਤ ਸਿੰਘ ਜੀ ਵੀ ਮਹਾਰਾਜੇ ਦਾ ਧੰਨਵਾਦੀ ਅਤੇ ਸ਼ੁਕਰਗੁਜ਼ਾਰ ਹੈ, ਜਿਨ੍ਹਾਂ ਨੇ ਨੌਕਰੀ ਤੋਂ ਬਰਖਾਸਤ ਕਰਕੇ ਬਾਬਾ ਮਹਾਂ ਹਰਨਾਮ ਸਿੰਘ ਜੀ ਦੇ ਚਰਨਾਂ ਦੇ ਲੜ ਲਾਇਆ ਅਤੇ ਮਹਾਂਪੁਰਸ਼ਾਂ ਦੇ ਅੰਚਲ ਲੱਗ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਜਨਮ ਸਫਲ ਕਰ ਗਿਆ। ਉਹਨਾਂ ਨੂੰ ਚੰਗੇ ਭਾਗਾਂ ਨਾਲ ਸਾਖਸ਼ਾਤ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੇਵਾ ਦਾ ਮੌਕਾ ਮਿਲਿਆ ਅਤੇ ਦਰਸ਼ਨ ਹੋਏ। ਉਆ ਅਵਸਰ ਕੇ ਹਉ ਬਲ ਜਾਈ, ਆਠ ਪਹਿਰ ਆਪਣਾ ਪ੍ਰਭ ਸਿਮਰਨ,
ਵਡਭਾਗੀ ਹਰ ਪਾਈ ਰਹਾਉ। ਭਲੋ ਕਬੀਰ ਦਾਸ ਦਾਸਨ ਕੋ ਊਤਮ ਸੈਨ ਜਨ ਨਾਈ। ਊਚ ਤੇ ਊਚ ਨਾਮ ਦਿਓ ਸਮਦਰਸੀ। ਰਵਿਦਾਸ ਠਾਕੁਰ ਬਣ ਆਈ। ਜੀਉ ਪਿੰਡ ਤਨ ਧਨ ਸਾਧਨ ਕਾ ਇਹ ਮਨ ਸੰਤ ਰਹਿਣਾਈ। ਸੰਤ ਪ੍ਰਤਾਪ ਭਰਮ ਸਭ ਨਾਸੇ ਨਾਨਕ ਮਿਲੇ ਗੁਸਾਈ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।